ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਡ ਬਿਖ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸਰਨਾਈ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸਨਾ ਪਰਿਆ ਰੇ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਘਰ ਛੇਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਘੋੜ
ਕੋਟਿਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨਾ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਨਾ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤ ਵੀਆ ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨਾ ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੀਅੰਨਾ ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲੰਨਾ ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹੰਨਾ ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟ ਹੈ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆ ਦੇ ਵਾਲੀ ਲੋਕ ਔਰ ਪਰਲੋਕ ਦੇ ਸਹਾਇਕ ਸਤਿਗੁਰੂ ਗੁਰਬਾਣੀ ਸਰੂਪ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਹੋਈ ਪਾਵਨ ਔਰ ਪਵਿੱਤਰ ਪ੍ਰਤੱਖ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ
ਗਰੀਬ ਨਿਵਾਜ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ। ਆਪ ਸਮੂਹ ਗੁਰੂ ਕੀ ਸੰਗਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਧੰਨ ਸਤਿਗੁਰੂ ਸੋਢੀ ਸੁਲਤਾਨ ਪਿਤਾ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਔਰ ਦੀਦਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਜਿੱਥੇ ਆਪ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦੀਦਾਰ ਕੀਤੇ ਹਨ। ਉੱਥੇ ਹੀ ਸਤਿਗੁਰੂ ਜੀ ਦੀ ਕਿਰਪਾ ਔਰ ਰਹਿਮਤ ਦਾ ਸਦਕਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੀ ਤਰ੍ਹਾਂ ਮਰਿਆਦਾ ਦੇ ਅਨੁਸਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਔਰ ਪਵਿੱਤਰ ਮੁਖ ਵਾਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ, ਉਸ ਪਵਿੱਤਰ ਮੁਖ ਵਾਕ ਦੀ ਗੁਰਬਾਣੀ ਦੀ ਕਥਾ ਵਿਚਾਰ ਗੁਰਮਤਿ ਵਿਚਾਰ ਨੂੰ ਸੁਣਨ ਦੇ ਲਈ ਵਿਚਾਰਨ ਦੇ ਲਈ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨ ਕਮਲਾਂ ਦੇ ਅੰਦਰ ਇਕੱਤਰ ਹੋ ਰਹੇ ਹਾਂ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਗੁਰਬਾਣੀ ਦੇ ਉਪਦੇਸ਼ ਦੀ ਪ੍ਰਾਰੰਭਤਾ ਕਰੀਏ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਆਪ ਕਿਰਪਾ ਕਰਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਤਰਸ ਕਰਕੇ ਆਪਣੀ ਵਡਿਆਈ ਕਰਵਾ ਲੈਣ। ਆਪ ਗੁਰੂ ਕੀ ਸੰਗਤ ਮਨ ਚਿਤ ਬਿਰਤੀ ਦੀ ਇਕਾਗਰਤਾ ਔਰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਸ ਪਾਵਨ ਵਿਚਾਰ ਨੂੰ ਸੁਣਨ ਦਾ ਯਤਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਛੇਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਜੀ ਜਿਨ੍ਹਾਂ ਦੇ ਪਰਥਾਏ ਪਾਵਨ ਪਵਿੱਤਰ ਬਚਨ ਹਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਅੰਦਰ ਜੀਵਾਂ ਨੂੰ ਸਹਾਈ ਹੋ ਕੇ ਲੋਕ ਪਰਲੋਕ ਸਵਾਰਨ ਵਾਲੇ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਬਦ ਦੇ ਬੋਲ ਹਨ। ਛੇਵੇਂ ਘਰ ਸੁਰਤਾਲ ਦੇ ਅੰਦਰ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਨੂੰ ਗਾਇਆ ਹੈ, ਗਾਉਣ ਦਾ ਹੁਕਮ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਉੱਪਰ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਕਰ ਰਹੇ ਹਨ।
ਔਰ ਇਹ ਮੰਗਲਾਂ ਤੋਂ ਭਾਵ ਹੈ ਹਰ ਇੱਕ ਗੁਰਸਿੱਖ ਨੂੰ ਆਪਣੇ ਜੀਵਨ ਦੇ ਅੰਦਰ ਇਹ ਨਿਯਮ ਬਣਾਉਣਾ ਚਾਹੀਦਾ। ਜਦੋਂ ਵੀ ਕਿਸੇ ਕਾਰਜ ਦੀ ਆਰੰਭਤਾ ਕਰੀਏ, ਕੋਈ ਸ਼ੁਭ ਕੰਮ ਆਰੰਭ ਕਰਨ ਲੱਗੀਏ, ਤਾਂ ਉਸ ਸ਼ੁਭ ਕਾਰਜ ਨੂੰ ਆਰੰਭਣ ਤੋਂ ਪਹਿਲਾਂ ਆਪਣੇ ਇਸ਼ਟ ਦਾ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਓਟ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਕਾਲ ਪੁਰਖ ਜੀ ਦੇ ਅੱਗੇ ਹੱਥ ਜੋੜ ਕੇ ਬੜੀ ਭਾਵਨਾ, ਬੜੀ ਸ਼ਰਧਾ ਦੇ ਸਹਿਤ ਅਰਦਾਸ ਬੇਨਤੀ ਕਰਕੇ ਮਹਾਰਾਜ ਅੱਗੇ ਤਰਲਾ ਕਰਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਔਰ ਆਪ ਜੀ ਦੇ ਬਖਸ਼ੇ ਉਦਮ ਉਤਸ਼ਾਹ ਦੇ ਨਾਲ ਅਸੀਂ ਇਸ ਕਾਰਜ ਨੂੰ ਆਰੰਭਣ ਲੱਗੇ ਹਾਂ। ਮਹਾਰਾਜ ਤਰਸ ਕਰਕੇ, ਰਹਿਮਤ ਕਰਕੇ ਸਾਡੇ ਇਸ ਕਾਰਜ ਵਿੱਚ ਆਪ ਜੀ ਨੇ ਸਹਾਈ ਹੋਣਾ, ਆਪਣੀ ਕਲਾ ਵਰਤਾਉਣੀ। ਇਹ ਬੇਨਤੀ ਮੈਂ ਤਾਂ ਕੀਤੀ ਹੈ ਸਿੱਖੋ, ਜਿਸ ਸਮੇਂ ਸਤਿਗੁਰੂ ਅੱਗੇ ਅਰਦਾਸ ਕਰੀਏ ਔਰ ਮਹਾਰਾਜ ਰਹਿਮਤ ਦੇ ਘਰ ਵਿੱਚ ਆ ਕੇ ਸਿੱਖ ਦੇ ਸਹਾਈ ਹੋਣ, ਤਾਂ ਉੱਥੇ ਮਹਾਰਾਜ ਦਾ ਬਚਨ ਹੈ ਵਿੱਚ ਕਰਤਾ ਪੁਰਖ ਖਲੋਆ, ਤਾਂ ਵਾਲ ਨਾ ਵਿੰਗਾ ਹੋਵਾ। ਜਿੱਥੇ ਸਤਿਗੁਰੂ ਦੀ ਸਹਾਈ ਹੋ ਜਾਣ, ਉੱਥੇ ਕੋਈ ਵਿਪਤਾ, ਕੋਈ ਤਕਲੀਫ, ਕੋਈ ਵਿਘਨ ਨਹੀਂ ਵਿਆਪਦਾ ਹੈ। ਇਸ ਕਰਕੇ ਗੁਰੂ ਦਾ ਆਸਰਾ ਔਰ ਸਤਿਗੁਰੂ ਅੱਗੇ ਅਰਦਾਸ ਓਟ ਜ਼ਰੂਰ ਲੈਣੀ ਚਾਹੀਦੀ ਹੈ। ਗੁਰਬਾਣੀ ਵਿੱਚ ਅਕਸਰ ਹੀ ਜਦੋਂ ਰਾਗ ਦੀ ਆਰੰਭਤਾ ਹੁੰਦੀ ਹੈ, ਵਾਰ ਦੀ ਆਰੰਭਤਾ ਹੁੰਦੀ ਹੈ, ਸ਼ਬਦ ਦੀ ਆਰੰਭਤਾ ਹੁੰਦੀ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਇਹ ਮੰਗਲ ਜਾਂ ਗੁਰ ਪ੍ਰਸਾਦ ਤੱਕ ਇਹ ਮੰਗਲ ਸਤਿਗੁਰੂ ਜੀ ਨੇ ਬਹੁਤ ਵਾਰੀ ਕੀਤੇ ਹਨ। ਇਹ ਅਰਦਾਸ ਹੈ ਉਸ ਅਕਾਲ ਪੁਰਖ ਅੱਗੇ। ਇਸ ਅਰਦਾਸ ਦੇ ਅੰਦਰ ਹੈ ਕਿ ਇੱਕ ਓੰਕਾਰ, ਇੱਕ ਜਿਹੜਾ ਅਦਵੈਤ ਹੈ, ਜਿਹਦੇ ਵਰਗਾ ਸੰਸਾਰ ਭਰ ਵਿੱਚ ਤਾਂ ਕਿ ਤਿੰਨਾਂ ਲੋਕਾਂ ਵਿੱਚ ਹੀ ਦੂਸਰਾ ਕੋਈ ਨਹੀਂ ਹੈ। ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਸ਼ਬਦ ਵਰਤੇ ਹੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਸੰਸਾਰ ਵਿੱਚ ਕਿਸੇ ਦੀ ਤੁਲਨਾ ਕਿਸੇ ਨਾਲ ਕੀਤੀ ਜਾ ਸਕਦੀ ਹੈ। ਫਲਾਣਾ ਬੰਦਾ ਫਲਾਣੇ ਵਰਗਾ ਲੱਗਦਾ, ਫਲਾਣੇ ਬੰਦੇ ਦਾ ਸੁਭਾਅ ਫਲਾਣੇ ਆਦਮੀ ਵਰਗਾ ਹੈ। ਪਰ ਜਦੋਂ ਸਤਿਗੁਰੂ ਦੇ ਘਰ ਦੀ ਗੱਲ ਆਉਂਦੀ ਹੈ, ਹੇ ਮਹਾਰਾਜ ਤੁਹਾਡੇ ਵਰਗਾ ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਸਾਰੇ ਸੰਸਾਰ ਵਿੱਚ ਵੇਖ ਲਈਏ ਨਜ਼ਰ ਮਾਰ ਕੇ, ਆਪ ਜੀ ਵਰਗਾ ਕੋਈ ਨਹੀਂ ਦਿਸਦਾ। ਇਸ ਲਈ ਕਿਹਾ ਹੈ, ਜੈਸਾ ਤੂੰ ਤੈਸਾ ਤੂੰ ਹੀ, ਜਿਹੇ ਜੇ ਆਪ ਜੀ ਹੋ ਤਿਹੇ ਆਪ ਜਿਹੀ ਹੀ ਹੋ। ਆਪ ਜੀ ਵਰਗਾ ਦੂਸਰਾ ਕੋਈ ਨਹੀਂ ਹੈ। ਇਸ ਲਈ ਕਿਹਦੇ ਨਾਲ ਤੁਹਾਡੀ ਤੁਲਨਾ ਕਰੀਏ, ਕਿਹਦੇ ਨਾਲ ਤੁਹਾਡੀ ਬਰਾਬਰਤਾ ਕਰੀਏ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਸਾਰੀ ਸ੍ਰਿਸ਼ਟੀ ਨੂੰ, ਹਰ ਇੱਕ ਥਾਂ ਨੂੰ ਵੇਖ ਲਿਆ, ਘੁੰਮ ਲਿਆ, ਜਾਂ ਕੋਈ ਸਾਰੇ ਥਾਵਾਂ ਨੂੰ ਵੇਖ ਆਵੇ, ਸਾਰੀ ਸ੍ਰਿਸ਼ਟੀ ਵਿੱਚ ਘੁੰਮ ਲਵੇ, ਪਰ ਮਹਾਰਾਜ ਜੀ ਤੁਹਾਡੇ ਘਰ ਵਰਗਾ ਥਾਂ, ਤੁਹਾਡੇ ਥਾਂ ਵਰਗਾ ਥਾਂ, ਸਥਾਨ ਵਰਗਾ ਸਥਾਨ ਕਿਤੇ ਨਹੀਂ ਲੱਭੇਗਾ। ਜੋ ਰਹਿਮਤਾਂ ਆਪ ਜੀ ਦੇ ਘਰ ਵਿੱਚ ਹਨ, ਵਸਦੀ ਸ਼ਗਨ ਅਪਾਰ, ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ, ਨਹਾਇਐ ਰਾਮਦਾਸ ਸਰ। ਆਪ ਜੀ ਦੇ ਘਰ ਵਡਿਆਈਆਂ ਹਨ, ਇਸ ਲਈ ਉਹ ਇੱਕ ਹੀ ਹੈ ਭਾਈ। ਉਹਦੇ ਵਰਗਾ ਦੂਸਰਾ ਕੋਈ ਨਹੀਂ ਸੰਸਾਰ ਦੇ ਅੰਦਰ।
ਸਮੇਂ ਸਮੇਂ ਅਨੁਸਾਰ ਬੜਿਆਂ ਨੇ ਯਤਨ ਕੀਤੇ ਐ ਉਸ ਦੀ ਹੋਂਦ ਨੂੰ ਮਿਟਾਉਣ ਦੇ। ਬਹੁਤ ਲੋਕਾਂ ਨੇ ਯਤਨ ਕੀਤੇ ਐ ਆਪਣੀਆਂ ਗੱਦੀਆਂ ਉਹਦੇ ਬਰਾਬਰ ਲਾ ਲਾ ਕੇ ਆਪਣੇ ਆਪ ਨੂੰ ਗੁਰੂ ਕਹਿਲਾਉਣ ਦੇ। ਪਰ ਸਮਾਂ ਬੜਾ ਬਲਵਾਨ ਹੈ, ਉਸ ਦੀ ਸਮਰੱਥਾ ਦੇ ਬਰਾਬਰ ਕੋਈ ਨਾ ਹੋਇਆ ਹੈ, ਨਾ ਕੋਈ ਅੱਗੇ ਹੋ ਸਕੇਗਾ। ਲੱਖਾਂ ਗੱਦੀਆਂ ਕੋਈ ਲਾ ਲਵੇ, ਲੱਖਾਂ ਸਿੰਘਾਸਨ ਮਖਮਲੀ ਲਾ ਕੇ ਕੋਈ ਬੈਠ ਜਾਵੇ, ਆਪਣੇ ਆਪ ਨੂੰ ਗੁਰੂ ਕਹਿਲਾਉਣ ਲੱਗ ਜਾਣ ਦੇ ਨਾਲ ਕੋਈ ਗੁਰੂ ਥੋੜਾ ਬਣ ਜਾਂਦਾ ਹੈ। ਸਤਿਗੁਰੂ ਤਾਂ ਇੱਕੋ ਹੀ ਨੇ। ਫੇਰ ਉਹੀ ਬਚਨ ਆ ਗਏ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕੋਈ ਵੀ ਹੋਵੇ, ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਹੀ ਹਨ। ਇਸ ਲਈ ਉਹ ਇੱਕ ਹੈ ਓੰਕਾਰ, ਉਹ ਸਭ ਨੂੰ ਹੀ ਪ੍ਰਕਾਸ਼ ਦੇਣ ਵਾਲਾ ਹੈ। ਤੁਸੀਂ ਜਿੰਨੇ ਸਜੇ ਹੋਏ ਹੋ ਮੇਰੇ ਸਮੇਤ, ਆਪਾਂ ਸਾਰੇ ਹੀ ਜਿੰਨੀ ਵੀ ਇਹ ਸ੍ਰਿਸ਼ਟੀ ਹੈ, ਸਭ ਨੂੰ ਪ੍ਰਕਾਸ਼ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪ੍ਰਮਾਤਮਾ ਹੈ। ਜੇ ਉਹ ਆਪਣੀ ਜੋਤ, ਆਪਣੀ ਹੋਂਦ ਖਿੱਚ ਲਵੇ, ਆਪਣੀ ਜੋਤ ਵਾਪਸ ਲੈ ਲਵੇ, ਤਾਂ ਉਦੋਂ ਫਿਰ ਇਨਸਾਨ ਨਹੀਂ ਮੁਰਦਾ ਰਹਿ ਜਾਂਦਾ ਹੈ। ਉਦੋਂ ਇਸ ਦਾ ਨਾਮ ਜਿੰਦਾ ਹੋਇਆ ਨਹੀਂ, ਮਰਿਆ ਹੋਇਆ ਜਾਣਿਆ ਜਾਂਦਾ ਹੈ। ਇਸ ਲਈ ਅਸੀਂ ਸਵਾਸ ਵੀ ਉਹਨਾਂ ਚਿਰ ਲੈ ਰਹੇ ਹਾਂ ਜਿੰਨਾ ਚਿਰ ਉਹ ਮਾਲਕ ਦੀ ਜੋਤ ਸਾਡੇ ਵਿੱਚ ਹੈ, ਜਿੰਨਾ ਚਿਰ ਉਹ ਸਾਨੂੰ ਪ੍ਰਕਾਸ਼ ਦੇ ਰਿਹਾ ਹੈ। ਜਿਸ ਦਿਨ ਉਹ ਪ੍ਰਕਾਸ਼ ਖਿੱਚ ਲਵੇ, ਜੇ ਉਹਨੇ ਅੱਖਾਂ ਦੀ ਜੋਤ ਖਿੱਚ ਲਈ, ਸਾਨੂੰ ਦਿਸਣਾ ਬੰਦ ਹੋ ਜਾਵੇਗਾ। ਕੰਨਾਂ ਦੀ ਸ਼ਰਵਣ ਸ਼ਕਤੀ ਨੂੰ ਖਿੱਚ ਲਿਆ, ਸਾਨੂੰ ਸੁਣਨਾ ਬੰਦ ਹੋ ਜਾਵੇਗਾ। ਬੋਲਣ ਦੀ ਸ਼ਕਤੀ ਨੂੰ ਖਿੱਚ ਲਿਆ, ਆਵਾਜ਼ ਖਿੱਚ ਲਈ, ਅਸੀਂ ਗੂੰਗੇ ਹੋ ਜਾਵਾਂਗੇ। ਇਸੇ ਤਰੀਕੇ ਦੇ ਨਾਲ ਸਾਡੇ ਹੱਥਾਂ ਪੈਰਾਂ ਦੇ ਕੰਮ ਕਰਨ ਦੀ ਸ਼ਕਤੀ ਖਿੱਚ ਲਈ, ਅਪਾਹਿਜ ਹੋ ਜਾਵਾਂਗੇ। ਜਿੰਨਾ ਚਿਰ ਉਹਦਾ ਪ੍ਰਕਾਸ਼ ਹੈ, ਉਸ ਦੀ ਜੋਤ ਹੈ, ਉਹਨਾਂ ਚਿਰ ਅਸੀਂ ਤੁਰੇ ਵੀ, ਫਿਰਦੇ, ਬੋਲਦੇ ਵੀ, ਵੇਖਦੇ ਵੀ, ਸਭ ਕੁਝ ਹੀ ਹੈ। ਇਸ ਕਰਕੇ ਉਹ ਸਭ ਨੂੰ ਹੀ ਓੰਕਾਰ ਪ੍ਰਕਾਸ਼ ਦਿੰਦਾ ਹੈ। ਉਹਨੇ ਸਾਰੀ ਕਾਇਨਾਤ ਆਪਣੇ ਆਕਾਰ ਦੇ ਵਿੱਚ, ਆਪਣੀ ਇੱਕ ਤਾਰ ਵਿੱਚ ਬੱਧੀ ਹੋਈ ਹੈ, ਹੋਂਦ ਵਿੱਚ। ਉਸ ਦੇ ਹੁਕਮ ਤੋਂ ਬਿਨਾ, ਆਮ ਭਾਸ਼ਾ ਵਿੱਚ ਆਪਾਂ ਇਹ ਸ਼ਬਦ ਬੋਲਦੇ, ਰੱਬ ਦੇ ਹੁਕਮ ਬਿਨਾ ਪਤਾ ਵੀ ਨਹੀਂ ਹਿਲਦਾ ਹੈ, ਔਰ ਸੱਚ ਹੈ, ਨਹੀਂ ਹਿਲ ਸਕਦਾ ਹੈ। ਉਸ ਦੇ ਹੁਕਮ ਦੇ ਅੰਦਰ ਹਵਾ ਹੈ, ਉਸ ਦੇ ਹੁਕਮ ਦੇ ਅੰਦਰ ਹੀ ਅਗਨੀ, ਪਾਣੀ, ਪੌਣ, ਸਭ ਕੁਝ ਹੀ ਹੁਕਮ ਵਿੱਚ ਬੱਝਾ ਹੋਇਆ ਹੈ। ਉਸ ਦੀ ਰਜ਼ਾ ਤੋਂ ਬਿਨਾ ਸੰਸਾਰ ਦਾ ਕੋਈ ਕਾਰਜ ਨਹੀਂ ਹੋ ਸਕਦਾ। ਸੰਸਾਰ ਵਿੱਚ ਕੋਈ ਚੱਲ ਅਵਸਥਾ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਹੁਕਮ ਨਾ ਕਰੇ। ਬਾਣੀ ਵਿੱਚ ਬੜੇ ਸੁੰਦਰ ਬਚਨ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸ਼ਬਦ ਕਈ ਵਾਰੀ ਉਦੋਂ ਅਸੀਂ ਵਰਤਦੇ ਹਾਂ ਜਦੋਂ ਕੋਈ ਭਾਣਾ ਵਰਤ ਜਾਵੇ। ਫਿਰ ਕੁਝ ਸਿਆਣਾ ਕੋਈ ਕਹਿੰਦਾ ਹੈ ਗੁਰਮੁਖ ਵੀ ਕੋਈ ਨਾ ਭਾਈ, ਹੁਕਮ ਹੈ ਅੰਦਰ ਸਭ ਕੋ, ਸਭ ਕੁਝ ਹੀ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹਾਂ, ਹੁਕਮ ਹੈ ਅੰਦਰ ਸਭ ਕੋ ਭਾਵ ਦੁੱਖ ਤਾਂ ਉਹਦੇ ਹੁਕਮ ਵਿੱਚ ਹੈ, ਸੁੱਖ ਵੀ ਉਸ ਦੇ ਹੁਕਮ ਵਿੱਚ ਹੀ ਹੈ। ਗੁਰਸਿੱਖ ਦੀ ਅਵਸਥਾ ਇਹ ਹੋਵੇ, ਕੱਲਾ ਦੁੱਖ ਵੇਲੇ ਨਹੀਂ ਕਹਿਣਾ ਵੀ ਤੇਰੇ ਹੁਕਮ ਵਿੱਚ ਹੀ ਹੈ ਜੀ ਸਭ ਕੁਝ। ਮਹਾਰਾਜ ਸੁੱਖ ਵੀ ਦਿੱਤਾ, ਉਹ ਵੀ ਤੁਹਾਡੀ ਰਜ਼ਾ ਵਿੱਚ, ਆਪ ਜੀ ਦੇ ਹੁਕਮ ਵਿੱਚ ਹੈ। ਹਰ ਵੇਲੇ ਹੁਕਮ ਮੰਨੋਗੇ ਨਾ ਜਦੋਂ, ਤੇ ਮਹਾਰਾਜ ਕਹਿੰਦੇ, ਬਾਣੀ ਵਿੱਚ ਇੱਕ ਸਵਾਲ ਹੈ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਰੋਜ਼ ਆਪਾਂ ਪੜ੍ਹਦੇ ਹਾਂ। ਉਥੇ ਫਿਰ ਮਹਾਰਾਜ ਕਹਿੰਦੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਵਿੱਚ ਚੱਲਣਾ, ਰੱਬ ਦੀ ਰਜ਼ਾ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੰਨਣਾ। ਜਿਹੜੇ ਇਸ ਤਰ੍ਹਾਂ ਚੱਲਦੇ ਆ ਉਹ ਸਚਿਆਰ ਹੋ ਜਾਂਦੇ ਹਨ। ਇਸ ਲਈ ਓੰਕਾਰ ਸਭ ਨੂੰ ਪ੍ਰਕਾਸ਼ ਦੇਣ ਵਾਲਾ, ਸਾਰੀ ਕਾਇਨਾਤ ਦਾ ਉਹਨੇ ਪਸਾਰਾ ਫੈਲਾਇਆ ਹੈ, ਕਰਨਹਾਰ ਹੈ।
ਸਤ ਸੱਚਾ ਹੈ, ਚੇਤਨ ਸਰੂਪ ਹੈ, ਬੁਝਿਆ ਹੋਇਆ ਜਾਂ ਸ਼ਾਂਤ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰੂ ਜੀ ਦੇ ਸਰੂਪ ਤੇ ਚੌਰ ਸਾਹਿਬ ਕਰਨ ਲੱਗਿਆ ਇਹ ਨਹੀਂ ਜਾਣਨਾ ਵੀ ਮਹਾਰਾਜ ਨਹੀਂ ਜਾਣਦੇ ਹਨ। ਸਤਿਗੁਰ ਜਾਗਦੇ ਹਨ, ਸਮਰੱਥ ਹਨ, ਸਤ ਚੇਤਨ ਸਰੂਪ ਹਨ। ਰੁਮਾਲਾ ਸਾਹਿਬ ਮਹਾਰਾਜ ਜੀ ਦੇ ਅੰਗਾਂ ਨਾਲ ਲਾਉਣ ਲੱਗਿਆ, ਭੇਟ ਕਰਨ ਲੱਗਿਆ ਇਹ ਨਹੀਂ ਸੋਚਣਾ ਮੇਰਾ ਪ੍ਰਵਾਨ ਹੋਵੇਗਾ ਜਾਂ ਨਹੀਂ। ਨਹੀਂ, ਸਤਿਗੁਰੂ ਜਾਗਦੇ ਐ, ਸਰਬ ਕਲਾ ਸਮਰੱਥ ਨੇ, ਹਾਜ਼ਰ ਨਾਜ਼ਰ ਜੋਤ ਹਨ, ਮੇਰੀ ਪ੍ਰਵਾਨਗੀ ਮੇਰੀ ਭੇਟਾ ਪ੍ਰਵਾਨ ਕਰਨਗੇ। ਭਾਵ ਇਹ ਹੈ ਗੁਰੂ ਚੇਤਨ ਸਰੂਪ ਹੈ। ਗੁਰ ਅਗਿਆਨ ਦਾ ਹਨੇਰਾ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ। ਬਾਣੀ ਵਿੱਚ ਬਚਨ ਨੇ ਨਾ, ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ। ਗੁਰਦੁਆਰੇ ਕਿਉਂ ਆਈਦਾ ਹੈ? ਗੁਰੂ ਘਰ ਵਿੱਚ ਆਉਣ ਦਾ ਮਕਸਦ ਕੀ ਹੈ? ਗੁਰੂ ਘਰ ਵਿੱਚ ਆਣ ਕੇ ਸਾਨੂੰ ਸਮਝ ਆਉਂਦੀ ਹੈ ਵੀ ਅਸੀਂ ਧਰਮ ਕਿਵੇਂ ਕਮਾਉਣਾ, ਅਸੀਂ ਧਰਮ ਦੇ ਮਾਰਗ ਤੇ ਚੱਲਣਾ ਕਿੱਦਾਂ, ਸਾਡੇ ਸਤਿਗੁਰੂ ਦਾ ਕੀ ਉਪਦੇਸ਼ ਹੈ, ਸਾਡਾ ਜੀਵਨ ਕਿੱਦਾਂ ਸਫਲਾ ਹੋ ਸਕਦਾ ਹੈ। ਸੱਚੀ ਭਾਵਨਾ ਦੇ ਨਾਲ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ, ਸੱਚੇ ਹੈ ਦੀਦਾਰ ਕਰਕੇ ਹੀ ਸਮਝ ਆ ਜਾਂਦੀ ਵੀ ਸਤਿਗੁਰੂ ਦੀ ਸਮਰੱਥਾ ਕਿਹੋ ਜਿਹੀ ਔਰ ਇੱਥੇ ਤੁਰਨਾ ਕਿਵੇਂ ਹੈ, ਰਹਿਣਾ ਕਿਵੇਂ ਹੈ। ਇਸ ਕਰਕੇ ਇਸ ਦੁਆਰ ਵਿੱਚ ਆਉਣ ਨਾਲ ਸਮਝ ਆਉਂਦੀ ਤੇ ਉਸੇ ਸਮਝ ਨੂੰ ਫਿਰ ਕਿਹਾ ਹੈ ਅਗਿਆਨ ਵਿੱਚ ਬੇਸਮਝੀ ਹੁੰਦੀ ਹੈ, ਗਿਆਨ ਵਿੱਚ ਸਮਝ ਹੁੰਦੀ ਹੈ। ਜਦੋਂ ਗੁਰੂ ਕੋਲ ਆ ਜਾਈਏ, ਗੁਰੂ ਅਗਿਆਨ ਖਤਮ ਕਰਕੇ ਸ਼ਬਦ ਦਾ ਅਭਿਆਸ ਕਰਵਾ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ। ਚੰਗੀ ਮੱਤ ਆ ਜਾਂਦੀ ਹੈ, ਸ਼ੁਭ ਗੁਣ ਆ ਜਾਂਦੇ, ਦਇਆ ਖਿਮਾ ਸਤ ਸੰਤੋਖ ਆਦਿਕ ਦੇਵੀ ਗੁਣ ਜਿਹੜੇ ਹੈ ਹਿਰਦੇ ਵਿੱਚ ਆਉਂਦੇ ਹਨ। ਪ੍ਰਸਾਦ ਪ੍ਰਸਾਦ ਪ੍ਰਾ ਵਿਸ਼ੇਸ਼ ਕਰਕੇ ਸਾਧ ਕਹਿੰਦੇ ਨੇ ਮਾਇਆ ਦੇ ਸਵਾਦਾਂ ਤੋਂ ਪ੍ਰਾ ਉਹ ਪਰੇ ਹੈ। ਅਸੀਂ ਲੋਕ ਮਾਇਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਖੁੱਭ ਜਾਂਦੇ ਹਾਂ। ਥੋੜਾ ਜਿਹਾ ਕੋਈ ਧਨ ਦਾ ਲਾਲਚ ਆ ਜਾਵੇ ਤਾਂ ਲਾਲਚੀ ਲੋਭੀ ਹੋ ਕੇ ਉਸ ਮਾਇਆ ਪਿੱਛੇ ਭੱਜੀਦਾ ਹੈ। ਕਿਸੇ ਪਾਸੇ ਉਹ ਸੁੱਖ ਦਿਖਣ ਲੱਗ ਪਵੇ, ਕਈ ਵਾਰੀ ਗੁਰੂ ਨੂੰ ਛੱਡ ਕੇ ਉਸ ਪਾਸੇ ਨੂੰ ਦੌੜ ਜਾਈਦਾ ਹੈ ਸੁੱਖ ਦੀ ਭਾਲ ਵਿੱਚ। ਬੰਦਾ ਰਾਤ ਦਿਨ ਕੰਮ ਮਿਹਨਤਾਂ ਕਰਦਾ, ਕੰਮ ਕਰਦਾ, ਕਾਰਨ ਇੱਕੋ ਹੀ ਹੈ ਵੀ ਮੈਨੂੰ ਸੁੱਖ ਮਿਲੇ, ਮੈਂ ਸੁਖੀ ਹੋ ਜਾਵਾਂ। ਸੁਖੀ ਹੋਣ ਦੇ ਲਈ ਦੁੱਗਣਾ ਦੁਖੀ ਹੁੰਦਾ ਹੈ ਇਨਸਾਨ, ਇਹ ਸਚਾਈ ਹੈ। ਦੁਖੀ ਹੋ ਕੇ ਸੁੱਖ ਲੱਭਦਾ ਹੈ ਤੇ ਮਹਾਰਾਜ ਜੀ ਦੀ ਵਡਿਆਈ ਇਹੋ ਜਿਹੀ ਹੈ, ਇਹਨਾਂ ਸੁੱਖਾਂ ਤੋਂ, ਇਹਨਾਂ ਮਾਇਆ ਦੇ ਸਵਾਦਾਂ ਤੋਂ, ਇਹਨਾਂ ਲੋਭਾਂ ਲਾਲਚਾਂ ਪਦਾਰਥਾਂ ਤੋਂ, ਸਵਾਦ ਤੋਂ ਬੜਾ ਹੀ ਪਰੇ ਹੈ, ਇਹਨਾਂ ਦੇ ਵਿੱਚ ਨਹੀਂ ਆਉਂਦਾ ਹੈ। ਕਈ ਅਣਜਾਣਪੁਣੇ ਵਿੱਚ ਕਹਿ ਦਿੰਦੇ ਆ ਰੱਬ ਸਾਡੇ ਵਰਗਾ ਹੀ ਹੈ। ਨਹੀਂ, ਸਾਡੀ ਹੋਂਦ ਕੁਝ ਹੋਰ ਹੈ। ਅਸੀਂ ਮਾੜੀ ਮਾੜੀ ਵਿਪਤਾ ਤੇ ਡੋਲਦੇ ਦੁਖੀ ਹੁੰਦੇ, ਮਾੜੇ ਮਾੜੇ ਸੁੱਖ ਤੇ ਹੰਕਾਰੀ ਹੁੰਦੇ ਹਾਂ, ਪਰ ਪ੍ਰਮਾਤਮਾ ਤਾਂ ਇਹਨਾਂ ਤੋਂ ਬਹੁਤ ਨਿਰਲੇਪ ਹੈ, ਪਰੇ ਹੈ। ਸਤਿਗੁਰ ਪ੍ਰਸਾਦ ਐਸੇ ਇੱਕ ਓੰਕਾਰ ਦੀ ਪ੍ਰਾਪਤੀ, ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ ਜੀ। ਉਜਲ ਕਹਿਆ ਚਿਲਕਣਾ ਕੋਟਿਮ ਕਲੜੀ ਮਸ। ਮਹਾਰਾਜ ਜਿਸ ਸਮੇਂ ਸੱਜਣ ਠੱਗ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ ਹੈ ਨਾ, ਪ੍ਰਚਲਿਤ ਹੀ ਇਹ ਸਾਖੀ ਹੈ, ਆਪ ਸਾਰੇ ਸਾਖੀ ਤੋਂ ਇਸ ਕਥਾ ਤੋਂ ਜਾਣੂ ਹੋ। ਉਹ ਮਹਾਰਾਜ ਜੀ ਦੇ ਉਪਦੇਸ਼ ਤੋਂ ਬਾਅਦ ਉਹ ਬੰਦਾ ਬਣਿਆ ਹੈ। ਪਹਿਲਾਂ ਨਾਮ ਸੱਜਣ ਸੀ ਤੇ ਠੱਗੀਆਂ ਮਾਰਦਾ ਸੀ, ਦੁਸ਼ਮਣਾਂ ਵਾਲੇ ਕਰਮ ਕਰਦਾ ਸੀ।
ਭੋਲਿਆਂ ਭਾਲਿਆਂ ਲੋਕਾਂ ਨੂੰ ਅੰਦਰ ਲੈ ਜਾਣਾ, ਪ੍ਰਸ਼ਾਦਾ ਪਾਣੀ ਵੀ ਛਕਾਉਣਾ, ਭੁਲੇਖਾ ਇਹ ਪਾ ਦੇਣਾ ਵੀ ਮੈਂ ਬਹੁਤ ਵੱਡਾ ਸੱਜਣ ਹਾਂ, ਤੇ ਜੇ ਸਮੇਂ ਥੋੜਾ ਜਿਹਾ ਸਮਾਂ ਵੱਧ ਹੋ ਜਾਣਾ ਲੋਕਾਂ ਨੂੰ ਲੁੱਟ ਲੈਣਾ, ਧਨ ਮਾਇਆ ਖੋਹ ਲੈਂਦਾ ਸੀ। ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ। ਭਾਈ ਮਰਦਾਨਾ ਜੀ ਨੂੰ ਜੇ ਸਮੇਂ ਲੁੱਟਣ ਲੱਗਿਆ, ਸਤਿਗੁਰੂ ਸਹਾਈ ਹੋਏ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਇਹਦਾ ਨਾਮ ਹੀ ਸੱਜਣ ਹੈ, ਇਹ ਸਤਿਗੁਰੂ ਬਾਹਰੋਂ ਹੀ ਵੈਸ਼ਨੋ ਲੱਗਦਾ ਹੈ ਤਾਂ ਬਹੁਤ ਵੱਡਾ ਠੱਗ, ਇਹਦੇ ਅੰਦਰਲਾ ਜੀਵਨ ਤਾਂ ਬੜਾ ਹੀ ਬੁਰਾ ਹੈ, ਇਹ ਭੋਲਿਆਂ ਲੋਕਾਂ ਨੂੰ ਠੱਗਦਾ ਹੈ। ਮਹਾਰਾਜ ਸੇਵਾ ਦਾ ਲਾਲਚ ਦੇ ਕੇ ਜਾਂ ਸੇਵਾ ਦਾ ਬਹਾਨਾ, ਸੇਵਾ ਦੀ ਆੜ ਵਿੱਚ ਲੋਕਾਂ ਦੀ ਠੱਗੀ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਜ਼ਰ ਭਰ ਕੇ ਦੇ ਵੱਲ ਨੂੰ ਵੇਖਿਆ, ਸਿਰ ਨੀਵਾਂ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ, ਉਪਦੇਸ਼ ਦੀ ਜਾਚਨਾ ਕੀਤੀ। ਫਿਰ ਮਹਾਰਾਜ ਨੇ ਸੱਜਣ ਠੱਗ ਨੂੰ ਔਰ ਇਸ ਸਮੇਂ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਆ ਹੈ। ਸਿੱਖੋ, ਜੀਵਨ ਕਿਵੇਂ ਦਾ ਰੱਖਣਾ ਸੀ, ਸਾਡੇ ਵਿੱਚ ਕਤਾਈਆਂ ਇਹ ਕਮੀਆਂ ਬਹੁਤ ਹਨ। ਆਓ ਜਿੱਥੇ ਮਹਾਰਾਜ ਉਸ ਨੂੰ ਉਪਦੇਸ਼ ਬਖਸ਼ਦੇ ਹੈ, ਇਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ। ਮਹਾਰਾਜ ਕਹਿੰਦੇ, ਉਜਲ ਕਹਿਆ ਚਿਲਕਣਾ, ਕਹਿ ਦਾ ਬਰਤਨ ਕਾਂਸ਼ੀ ਦਾ ਭਾਂਡਾ। ਸਤਿਗੁਰੂ ਕਹਿੰਦੇ, ਓਏ ਸੱਜਣਾ, ਕਾਂਸ਼ੀ ਦਾ ਭਾਂਡਾ ਜਿਹੜਾ ਨਾ, ਕਹਿ ਦਾ ਬਰਤਨ ਬੜਾ ਹੀ ਚਮਕਦਾ ਹੁੰਦਾ ਹੈ, ਬੜਾ ਉਜਲਾ ਕਹਿੰਦੇ ਲੋਕ ਉਸ ਨੂੰ, ਔਰ ਉਹਦੀ ਚਮਕ ਇੰਨੀ ਹੁੰਦੀ ਹੈ ਵੀ ਵੇਖਣ ਵਾਲੇ ਦਾ ਮਨ ਖਿੱਚਿਆ ਜਾਂਦਾ ਵੀ ਕਿੱਡਾ ਸਾਫ਼ ਔਰ ਕਿੱਡਾ ਚਮਕੀਲਾ ਹੈ। ਪਰ ਹੈ ਕਿ ਘੋਟਮ ਕਾਲੜੀ ਮਸ, ਜਦੋਂ ਉਸ ਬਰਤਨ ਨੂੰ ਰਗੜੀਏ ਨਾ, ਕਿਤੇ ਰਗੜੀਏ ਤਾਂ ਉਹਨੂੰ ਮਾਂਜਣ ਦੇ ਨਾਲ, ਰਗੜਨ ਦੇ ਨਾਲ ਉਹਦੇ ਵਿੱਚੋਂ ਕਾਲਖ ਨਿਕਲਦੀ, ਸਿਆਹੀ ਨਿਕਲਦੀ ਹੈ ਕਾਲੀ। ਹੁਣ ਬਰਤਨ ਦੀ ਬਨਾਵਟ ਬੜੀ ਸੁੰਦਰ ਹੈ, ਬਰਤਨ ਦੀ ਉਜਲਤਾ ਹੀ ਬੜੀ ਚਮਕ ਰਹੀ ਹੈ, ਚਮਕ ਮੋਹੰਦੀ ਹੈ ਸਾਰਿਆਂ ਦੇ ਹਿਰਦਿਆਂ ਨੂੰ। ਪਰ ਜਦੋਂ ਉਹਨੂੰ ਮਲਿਆ ਹੈ, ਉਹਦੀ ਅਸਲੀਅਤ ਕੁਝ ਹੋਰ ਹੈ, ਉਹਦੇ ਵਿੱਚੋਂ ਕਾਲੀ ਸਿਆਹੀ ਆ ਰਹੀ ਹੈ। ਜਿਹੜੇ ਕਰਮਕਾਂਡੀ ਲੋਕ ਹੈ ਨਾ, ਉਹ ਕਾਂਸ਼ੀ ਦੇ ਉਸ ਕਹਿ ਦੇ ਬਰਤਨ ਵਿੱਚ ਕੁਝ ਖਾਂਦੇ ਪੀਂਦੇ ਨਹੀਂ ਹਨ। ਉਹ ਕਾਰਨ ਇਹ ਮੰਨਦੇ ਆ ਵੀ ਇਹਨੂੰ ਮਾਂਜਣ ਦੇ ਨਾਲ ਇਹਦੇ ਵਿੱਚੋਂ ਸਿਆਹੀ ਨਿਕਲਦੀ, ਇਹ ਝੂਠਾ ਹੈ, ਇਸ ਲਈ ਇਹ ਸੁੱਚਾ ਨਹੀਂ, ਇਹਦੇ ਵਿੱਚ ਅਸੀਂ ਕੁਝ ਛਕਣਾ ਨਹੀਂ ਹੈ। ਮਹਾਰਾਜ ਕਹਿੰਦੇ, ਤੇਰਾ ਜੀਵਨ ਵੀ ਉਸ ਕਾਂਸ਼ੀ ਦੇ ਬਰਤਨ ਵਰਗਾ ਹੈ, ਬਾਹਰੋਂ ਤਾਂ ਬਹੁਤ ਚਮਕ ਹੈ, ਸੱਜਣ ਹਾਂ ਜੀ ਮੈਂ ਸਾਰਿਆਂ ਦਾ ਹੀ, ਲਿਬਾਸ ਬੜਾ ਸੋਹਣਾ ਹੈ, ਹੱਥ ਬੜੇ ਸੋਹਣੇ ਜੋੜ ਲੈਣਾ ਲੋਕਾਂ ਦੇ ਅੱਗੇ, ਸਿਰ ਬੜਾ ਸੋਹਣੇ ਤਰੀਕੇ ਨਾਲ ਝੁਕਾਉਣਾ ਆਉਂਦਾ ਹੈ, ਸਭ ਹੀ ਪਖੰਡ ਚੰਗੇ ਕਰਦਾ, ਵਿਖਾਵਾ ਬਹੁਤ ਸੁੰਦਰ ਕਰ ਰਿਹਾ ਹੈ। ਪਰ ਜਦੋਂ ਕੋਈ ਤੇਰੇ ਕੋਲ ਬੈਠਦਾ, ਤੇਰੀ ਨਿੱਜੀ ਜ਼ਿੰਦਗੀ ਤੋਂ ਥੋੜਾ ਜਿਹਾ ਜਾਣੂ ਹੁੰਦਾ, ਤੇਰੇ ਅੰਦਰ ਤਾਂ ਕਾਲਖ ਭਰੀ ਹੋਈ ਹੈ ਨਾ। ਸਾਡਾ ਵੀ ਵਿਸ਼ਾ ਇਹੋ ਜਿਹਾ ਬਣਿਆ ਹੋਇਆ, ਆਪੋ ਆਪਣੇ ਮਨਾਂ ਵਿੱਚ ਜਰਾ ਝਾਤ ਜ਼ਰੂਰ ਮਾਰੀਏ। ਬਾਹਰੋਂ ਲਿਬਾਸ ਤਾਂ ਬਹੁਤ ਗਿਆਨੀਆਂ ਵਾਲਾ, ਧਿਆਨੀਆਂ ਵਾਲਾ, ਬਹੁਤ ਸਿੱਖਾਂ ਵਾਲਾ ਹੈ, ਔਰ ਅੰਦਰ ਜੀਵਨ ਵਿੱਚ ਕਾਲਖੀ ਹੈ। ਚਿੰਨ੍ਹ ਸਾਰੇ ਹੀ ਨੇ ਸਾਡੇ ਕੋਲ, ਗਾਤਰਾ ਵੀ ਹੈ, ਸ਼੍ਰੀ ਸਾਹਿਬ ਵੀ ਹੈ। ਮੈਂ ਪਹਿਲਾਂ ਇਹ ਬੇਨਤੀ ਕਰਾਂ ਵੀ ਇਹ ਕਿਸੇ ਇੱਕ ਤੇ ਟੁਕਾ ਕੇ ਨਹੀਂ ਮੈਂ ਇਹ ਬੇਨਤੀ ਕਰ ਰਿਹਾ, ਸਾਨੂੰ ਸਾਰਿਆਂ ਨੂੰ ਹੀ ਉਪਦੇਸ਼ ਸਾਂਝਾ ਹੈ ਗੁਰਬਾਣੀ ਦਾ। ਲਿਬਾਸ ਹੈਗਾ, ਦਾੜਾ ਵੀ ਪ੍ਰਕਾਸ਼ ਹੈ, ਅੰਮ੍ਰਿਤਧਾਰੀ ਹਾਂ, ਪਰ ਜਦੋਂ ਅੰਦਰ ਦਾ ਜੀਵਨ ਕੋਈ ਵੇਖਦਾ ਤੇ ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਫਿਰ ਵਿਰਲੇ ਵਿਰਲੇ ਲੱਭਦੇ ਆ ਜਿਹੜੇ ਸੱਚੀ ਗੁਰਸਿੱਖ ਹਨ। ਲਿਬਾਸ ਕਰਕੇ ਤਾਂ ਬਹੁਤ ਵੱਡੀ ਗਿਣਤੀ ਹੈ। ਮੈਂ ਆਪ ਜੀ ਨੂੰ ਇਹ ਬੇਨਤੀ ਕਰਾਂ, ਅੰਮ੍ਰਿਤ ਉਦੋਂ ਛਕੋ ਜਦੋਂ ਤੁਹਾਡਾ ਮਨ ਬਣੇ।
ਅੰਮ੍ਰਿਤ ਉਦੋਂ ਛਕੋ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋਵੋ। ਜਦੋਂ ਸਤਿਗੁਰੂ ਜੀ ਦੀ ਦਇਆ ਹੋਵੇ, ਅਰਦਾਸਾਂ ਕਰਦੇ ਰਹੋ ਰੋਜ਼। ਜਦੋਂ ਮਹਾਰਾਜ ਦਇਆ ਕਰਨ, ਮਨ ਬਣ ਜਾਵੇ, ਜੇ ਗਾਤਰਾ ਪਾ ਕੇ ਅੰਮ੍ਰਿਤ ਛਕ ਕੇ ਫੇਰ ਹੀ ਕੁਕਰਮ ਕਰਨੇ ਹੈ, ਫੇਰ ਨਿੰਦਿਆ ਹੀ ਕਰਨੀ, ਚੁਗਲੀ ਹੀ ਕਰਨੀ, ਠੱਗੀ ਠੌਰੀ ਹੀ ਕਰਨੀ, ਫਿਰ ਸਾਡੇ ਵਿੱਚ ਤੇ ਦੂਸਰਿਆਂ ਵਿੱਚ ਕੀ ਫਰਕ ਰਹਿ ਗਿਆ। ਸਾਧ ਸੰਗਤ ਜੀ, ਇੱਕ ਚੋਰ ਹੈ ਤੇ ਚੋਰੀ ਕਰਦਾ, ਨਾ ਉਹਨੇ ਅੰਮ੍ਰਿਤ ਛਕਿਆ, ਨਾ ਉਹ ਨਿਤਨੇਮ ਕਰਨ ਵਾਲਾ, ਨਾ ਬਾਣੀ ਬਾਣੇ ਦਾ ਧਾਰਨੀ, ਉਹਦਾ ਕਰਮ ਹੀ ਚੋਰਾਂ ਵਾਲਾ ਬਣ ਗਿਆ। ਚੋਰ ਕਰਦਾ ਚੋਰੀ ਰੋਜ਼ਾਨਾ ਹੀ, ਉਹਨੂੰ ਤੇ ਸਜ਼ਾ ਮਿਲੇਗੀ। ਹੋ ਸਕਦਾ ਕਿਤੇ ਨਾ ਕਿਤੇ ਉਹ ਮੁਆਫੀ ਮੰਗੇ ਵੀ ਮਹਾਰਾਜ ਮੈਨੂੰ ਪਤਾ ਹੀ ਨਹੀਂ ਸੀ, ਮੇਰੇ ਤੋਂ ਗਲਤੀਆਂ ਹੋਈਆਂ ਹਨ, ਮੈਨੂੰ ਮੁਆਫ ਕਰ ਦਿਓ। ਸਤਿਗੁਰੂ ਦਇਆ ਦੇ ਘਰ ਵਿੱਚ ਆ ਗਏ, ਹੋ ਸਕਦਾ ਉਹਨੂੰ ਬਖਸ਼ ਵੀ ਦੇਣ, ਦਇਆ ਘਰ ਵਿੱਚ ਆਏ ਹੋਏ। ਪਰ ਇੱਕ ਅਸੀਂ ਹਾਂ, ਬਾਣਾ ਵੀ ਪਾਇਆ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ ਹਾਂ, ਸਭ ਕੁਝ ਹੀ ਪਤਾ ਹੈ। ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਜੇ ਚੋਰੀ ਕਰੀਏ, ਠੱਗੀ ਕਰੀਏ, ਕਿਸੇ ਦਾ ਮਾੜਾ ਕਰੀਏ, ਤੇ ਫਿਰ ਆਖੀਏ ਵੀ ਨਹੀਂ ਕੋਈ ਨਹੀਂ, ਸਾਨੂੰ ਮੁਆਫੀ ਮਿਲੇਗੀ। ਨਹੀਂ ਮਿਲਦੀ ਹੈ, ਕਿਉਂਕਿ ਸਾਨੂੰ ਇੰਨੀ ਕੁ ਤਾਂ ਸਮਝ ਹੈ ਵੀ ਇਹ ਕੰਮ ਮਾੜਾ ਹੈ, ਇਹ ਕੰਮ ਨਹੀਂ ਕਰਨਾ ਚਾਹੀਦਾ। ਤੇ ਫਿਰ ਵੀ ਬਾਣਾ ਪਾ ਕੇ, ਅੰਮ੍ਰਿਤ ਛਕ ਕੇ, ਗੁਰੂ ਵਾਲੇ ਬਣ ਕੇ, ਸਿੱਖ ਬਣ ਕੇ ਆਪਣੇ ਆਪ ਦੇ ਵਿੱਚ, ਤੇ ਫਿਰ ਵੀ ਇਹ ਬੁਰੇ ਕਰਮ ਕਰਨ ਦੇ ਨਾਲ ਫਿਰ ਤਾਂ ਸਜ਼ਾ ਹੀ ਹੈ ਨਾ, ਫਿਰ ਉਹਦੇ ਨਾਲੋਂ ਦੁੱਗਣੀ ਮਿਲੇਗੀ ਸਾਨੂੰ। ਇਸ ਕਰਕੇ ਕੱਲਾ ਚਿੰਨ੍ਹ ਨਹੀਂ ਰੱਖਣਾ ਹੈ, ਕੱਲੀ ਸ਼੍ਰੀ ਸਾਹਿਬ ਹੀ ਨਹੀਂ ਦਿਸਣੀ ਚਾਹੀਦੀ, ਕੱਲਾ ਦਾੜਾ ਹੀ ਨਾ ਚਮਕੇ। ਮੈਂ ਕਈ ਵਾਰ ਬੇਨਤੀ ਸੰਗਤ ਵਿੱਚ ਕਰਦਾ ਹੁੰਦਾ, ਇੱਥੋਂ ਵੀ ਸ਼ਾਮ ਦੇ ਦੀਵਾਨਾਂ ਵਿੱਚ ਕਈ ਵਾਰ ਮੈਂ ਅਰਜ਼ ਕੀਤੀ ਹੈ। ਮਹਾਂਪੁਰਖ ਕਿਆ ਕਰਦੇ ਸਨ, ਕਹਿੰਦੇ ਸਿੰਘੋ ਤੁਹਾਡਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ, ਸਿੱਖ ਦਾ, ਸਿੱਖ ਤੁਰਿਆ ਜਾਂਦਾ ਹੋਵੇ, ਉਹਦੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਝਲਕ ਪਵੇ। ਸਿੱਖ ਕਿਤੇ ਵਿਚਰੇ, ਜ਼ਰੂਰੀ ਨਹੀਂ ਤੁਸੀਂ ਮਾਈਕ ਲੈ ਕੇ ਸਟੇਜ ਤੋਂ ਬੋਲੋ ਤੇ ਫੇਰ ਹੀ ਪ੍ਰਚਾਰ ਹੋਵੇ। ਤੁਹਾਡਾ ਜੀਵਨ ਵੀ ਪ੍ਰਸਾਰ ਤੇ ਪ੍ਰਚਾਰ ਦਾ ਕੰਮ ਕਰੇ। ਤੁਹਾਡੇ ਵੱਲ ਵੇਖ ਕੇ ਕੋਈ ਇਹ ਨਾ ਕਵੇ ਮੈਂ ਇਹੋ ਜਿਹਾ ਸਿੰਘ ਨਹੀਂ ਬਣਨਾ ਹੈ, ਕੋਈ ਕਵੇ ਮੈਂ ਵੀ ਇਦਾਂ ਦਾ ਅੰਮ੍ਰਿਤਧਾਰੀ ਤਿਆਰ ਹੋਵਾਂ ਜਿੱਦਾਂ ਦਾ ਇਹ ਬਾਣੀ ਦਾ ਰਤਿਆ ਹੋਇਆ ਹੈ। ਨਿਤਨੇਮੀ ਜੀਵਨ ਵਿੱਚ ਪੱਕੇ ਹੋਣਾ, ਪੰਜਾਂ ਕਕਾਰਾਂ ਦੇ ਧਾਰਨੀ ਪੱਕੇ ਹੋਣਾ, ਖੰਡੇ ਬਾਟੇ ਦੀ ਪਾਹੁਲ ਛਕ ਕੇ ਤਿਆਰ ਮਰਿਆਦਾ ਵਿੱਚ ਪਰਪੱਕ ਰਹਿਣਾ, ਸਤਿਗੁਰੂ ਦੇ ਹੁਕਮ ਦੀ ਕਮਾਈ ਕਰਨੀ। ਇਹ ਨਹੀਂ ਵਿਖਾਵਾ ਹੋਰ ਤੇ ਕਰਮ ਹੋਰ ਹੋਵੇ, ਨਹੀਂ। ਉਹ ਤਾਂ ਫਿਰ ਉਹ ਕਹਿ ਦੇ ਭਾਂਡੇ ਵਰਗੀ ਗੱਲ ਹੋ ਗਈ ਵੀ ਉਜਲਾ ਹੈ, ਚਮਕਦਾ ਹੈ, ਪਰ ਅੰਦਰੋਂ ਬੜਾ ਕਾਲਾ ਹੈ। ਜਦੋਂ ਮਲੀ ਉਦੋਂ ਹੀ ਕਾਲਖ ਨਿਕਲਦੀ। ਜਦੋਂ ਕੋਈ ਬੋਲਦਾ ਬਾਹਰੋਂ ਬੜਾ ਸੋਹਣਾ ਨਿਤਨੇਮੀ ਲੱਗਦਾ ਵੇਖਣ ਨੂੰ, ਜਦੋਂ ਬੋਲਦਾ ਤੇ ਸੜੇ ਬੋਲ ਨੇ ਅਗਲੇ ਦਾ ਹਿਰਦਾ ਹੀ ਦੁੱਖ ਜਾਂਦਾ ਹੈ। ਬੋਲ ਇਹੋ ਜਿਹੇ ਬੋਲ ਰਿਹਾ, ਸ਼ਬਦਾਵਲੀ ਇਹੋ ਜਿਹੀ ਵਰਤਦਾ, ਅਗਲੇ ਦਾ ਹਿਰਦਾ ਵਲੂੰਦਰ ਕੇ ਰੱਖ ਦਿੰਦਾ ਹੈ। ਨਹੀਂ, ਇਹੋ ਜਿਹਾ ਜੀਵਨ ਨਹੀਂ ਬਣਾਉਣਾ ਹੈ। ਸਤਿਗੁਰੂ ਕਹਿੰਦੇ ਓ ਸੱਜਣਾ, ਤੇਰਾ ਨਾਮ ਹੀ ਸੱਜਣ ਹੈ, ਤੇਰਾ ਜੀਵਨ ਤਾਂ ਇਦਾਂ ਦਾ ਹੈ ਠੱਗਾਂ ਵਾਲਾ। ਇਸ ਤਰੀਕੇ ਦੇ ਨਾਲ ਜਿਵੇਂ ਉਹ ਬਰਤਨ ਨੂੰ ਧੋਈਏ, ਉਹਦੇ ਵਿੱਚੋਂ ਕਾਲਖ ਨਿਕਲ ਰਹੀ ਹੈ, ਸਿਆਹੀ ਨਿਕਲ ਰਹੀ, ਤੂੰ ਵੀ ਬਾਹਰੋਂ ਸੱਜਣ, ਅੰਦਰੋਂ ਫਿਰ ਇਸ ਤਰ੍ਹਾਂ ਨਿੰਦਿਆ ਦੀ, ਠੱਗੀ ਦੀ ਸਿਆਹੀ ਨਿਕਲਦੀ ਤੇਰੇ ਜੀਵਨ ਵਿੱਚੋਂ। ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾ ਤਿਸ। ਯਾਦ ਰੱਖੋ, ਉਸ ਬਰਤਨ ਨੂੰ ਜਿੰਨਾ ਮਰਜ਼ੀ ਧੋਈ ਚੱਲੀਏ ਵਾਰ-ਵਾਰ, ਉਹ ਝੂਠਾ ਬਰਤਨ ਸੁੱਚਾ ਨਹੀਂ ਹੁੰਦਾ ਹੈ। ਜਦੋਂ ਧੋਵੋਗੇ, ਫਿਰ ਮਲੋਗੇ, ਫਿਰ ਉਹਦੇ ਵਿੱਚੋਂ ਸਿਆਹੀ ਬਾਹਰ ਆਵੇਗੀ। ਜਿੰਨੀ ਵਾਰ ਧੋਵਾਂਗੇ, ਮਲਾਂਗੇ, ਸਿਆਹੀ ਨਿਕਲੇਗੀ, ਕਾਲਖ ਨਿਕਲੇਗੀ। ਇਸੇ ਤਰ੍ਹਾਂ ਜੀਵਨ ਦੇ ਅੰਦਰ ਜਿੰਨਾ ਚਿਰ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦਾ ਉਪਦੇਸ਼ ਲੈ ਕੇ ਨਿਤਨੇਮੀ ਨਹੀਂ ਨਾ ਹੁੰਦੇ, ਉਹਨਾਂ ਚਿਰ ਕੋਈ ਇਹ ਭੁਲੇਖਾ ਨਾ ਰੱਖੇ ਵੀ ਮੈਂ ਬਹੁਤ ਨਹਾਉਣਾ ਤੀਰਥਾਂ ਤੇ ਜਾ ਕੇ, ਤੇ ਬਹੁਤ ਮੇਰਾ ਇਸ਼ਨਾਨ ਪਾਣ ਰੋਜ਼ ਦਾ ਮੈਂ ਸੁੱਚਾ ਹਾਂ। ਇਹ ਬੇਨਤੀ ਮੈਂ ਆਪ ਜੀ ਨੂੰ ਜ਼ਰੂਰ ਕਰਨੀ ਚਾਹਾਂ।
ਕਈ ਵਾਰੀ ਨਾ ਕਿਸੇ ਨੂੰ ਕਹੀਏ ਅੰਮ੍ਰਿਤ ਛਕ ਲੈ ਭਾਈ, ਤੇ ਕਹਿ ਦਿੰਦਾ ਅੰਮ੍ਰਿਤ ਦੀ ਕੀ ਲੋੜ ਹੈ, ਮਨ ਸੁੱਚਾ ਹੋਣਾ ਚਾਹੀਦਾ ਹੈ। ਕੇਸਾਂ ਦੀ ਕੀ ਲੋੜ ਹੈ, ਸਿੱਖੀ ਅੰਦਰ ਹੋਣੀ ਚਾਹੀਦੀ। ਜੇ ਕੇਸਾਂ ਦੀ ਜ਼ਰੂਰਤ ਨਾ ਹੁੰਦੀ ਤੇ ਭਾਈ ਤਾਰੂ ਜੀ ਆਪਣਾ ਸਿਰ ਲਹਾਉਂਦੇ ਕਿਉਂ, ਖੋਪੜ ਕਿਉਂ ਲਹਾਉਂਦੇ? ਆਪਣਾ ਖੋਪੜ ਹੀ ਅੱਡ ਕਰਾ ਦਿੱਤਾ, ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ। ਜੇ ਸਿੱਖੀ ਏਡੀ ਸੌਖੀ ਹੁੰਦੀ ਵੀ ਸਾਡੇ ਅੰਦਰ ਸਿੱਖੀ ਹੈ, ਬੰਦ ਕਿਉਂ ਕੱਟਿਆ ਜਾਂਦਾ? ਚਰਖੜੀਆਂ ਤੇ ਚੜੇ, ਉਬਾਲੇ ਗਏ, ਨੀਹਾਂ ਵਿੱਚ ਚਿਣੇ ਗਏ, 5 ਸਿਰ ਦੇ ਕੇ ਫਿਰ ਗੁਰੂ ਕੋਲੋਂ ਖੰਡੇ ਬਾਟੇ ਦੀ ਪਾਹੋ ਲਈ। ਕਿਉਂ ਲਈ? ਕਿਉਂ ਸਿਰ ਦੇ ਦਿੱਤੇ ਜੇ ਸਿੱਖੀ ਸਾਡੇ ਅੰਦਰ ਹੀ ਸੀ? ਇਸ ਲਈ ਕੱਲਾ ਇਹ ਕਹਿ ਕੇ ਟਲਿਆ ਨਹੀਂ ਜਾ ਸਕਦਾ ਹੈ ਵੀ ਸਿੱਖੀ ਸਾਡੇ ਅੰਦਰ ਹੈ, ਜਾਂ ਕੱਲਾ ਨਹਾਉਣ ਨਾਲ ਹੀ ਸਿੱਖੀ ਨਹੀਂ ਹੈ। ਕਈ ਵਾਰੀ ਹੁੰਦਾ ਨਾ, ਬਹੁਤਾ ਕੋਈ ਕਹਿੰਦਾ ਮੈਂ ਤਾਂ ਜਾਂਦਾ ਮਹੀਨੇ ਮੱਸਿਆ, ਕਦੇ ਕਿਸੇ ਗੁਰੂ ਘਰ, ਕਦੇ ਕਿਸੇ ਤੀਰਥ ਤੇ, ਕਦੇ ਕਿਤੇ ਚਲੇ ਜਾਈਦਾ, ਗੰਗਾ ਇਸ਼ਨਾਨ ਕਰੀਦੇ ਹਨ, ਜਿੰਨੇ ਮਰਜ਼ੀ ਕਰੀ ਚੱਲੋ। ਉਹ ਤਾਂ ਫਿਰ ਉਹ ਅਵਸਥਾ ਹੋ ਜਾਂਦੀ ਹੈ, ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਅਸ ਹੋਰ। ਜਿੰਨਾ ਚਿਰ ਗੁਰੂ ਵਾਲੇ ਨਹੀਂ ਨਾ ਬਣਦੇ ਸਿੱਖੋ, ਉਹਨਾਂ ਚਿਰ ਛੁਟਕਾਰਾ ਨਹੀਂ ਹੈ, ਉਹਨਾਂ ਚਿਰ ਇਹ ਮਨ ਸੁੱਚਾ ਨਹੀਂ ਹੋਵੇਗਾ, ਉਹਨਾਂ ਚਿਰ ਇਹ ਆਤਮਾ, ਇਹ ਸਰੀਰ, ਇਹ ਜੀਵਨ ਪਵਿੱਤਰ ਨਹੀਂ ਹੋਵੇਗਾ, ਇਹਦੇ ਵਿੱਚ ਸੁਧਾਰ ਨਹੀਂ ਆਵੇਗਾ। ਮਹਾਰਾਜ ਜੀ ਦੀ ਬਾਣੀ ਦਾ ਪਾਵਨ ਬਚਨ ਹੈ, ਧੋਤਿਆਂ ਝੂਠ ਨਾ ਉਤਰੈ। ਵਾਰੀ ਇਹ ਭੁਲੇਖਾ ਨਾ ਰੱਖਿਓ ਵੀ ਸਰੀਰ ਨਹਾਉਣ ਨਾਲ ਹੀ ਸੁੱਚਾ ਹੁੰਦਾ। ਨਹਾਉਣਾ ਨਹੀਂ ਛੱਡਣਾ, ਨਿਯਮ ਹੈ, ਇਸ਼ਨਾਨ ਕਰਨਾ ਜ਼ਰੂਰੀ ਹੈ ਸਿੱਖ ਦੇ ਲਈ, ਪਰ ਇਸ਼ਨਾਨ ਦੇ ਨਾਲ ਨਾਲ ਨਾਮ ਵੀ ਜ਼ਰੂਰੀ ਹੈ, ਬਾਣੀ ਵੀ ਜ਼ਰੂਰੀ ਹੈ, ਨਿਤਨੇਮ ਵੀ ਜ਼ਰੂਰੀ ਹੈ, ਅੰਮ੍ਰਿਤ ਧਾਰੀ ਹੋਣਾ ਵੀ ਜ਼ਰੂਰੀ ਹੈ। ਨਹਾਉਣ ਨਾਲ ਸਾਡਾ ਸਰੀਰ ਸਾਫ਼ ਹੁੰਦਾ ਹੈ, ਬਾਣੀ ਪੜ੍ਹਨ ਦੇ ਨਾਲ ਸਾਡਾ ਹਿਰਦਾ ਸਾਫ਼ ਹੁੰਦਾ ਹੈ। ਇਸ ਕਰਕੇ ਕੱਲਾ ਧੋਣ ਦੇ ਨਾਲੋਂ ਝੂਠ ਜਿਹੜੀ ਮੈਲ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਉਤਰਦੀ ਨਹੀਂ ਜਿੰਨਾ ਚਿਰ ਸ਼ਬਦ ਦੀ ਕਮਾਈ ਨਾ ਕਰੀਏ। ਜਿਵੇਂ ਉਸ ਭਾਂਡੇ ਨੂੰ ਧੋਈ ਚੱਲੋ, ਧੋਣ ਦੇ ਨਾਲ ਉਹਦੇ ਕਾਲਖ ਥੋੜਾ ਉਤਰ ਜਾਂਦੀ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਕੌਣ ਹੁੰਦੇ ਐ? ਅਸੀਂ ਕਹਿੰਦੇ ਮੇਰਾ ਫਲਾਣਾ ਰਿਸ਼ਤੇਦਾਰ ਮੇਰਾ ਬੜਾ ਸੱਜਣ ਹੈ, ਮਿੱਤਰ ਹੈ। ਸੱਜਣ ਸੇਈ ਨਾਲ ਮੈਂ, ਮਹਾਰਾਜ ਕਹਿੰਦੇ ਸੱਜਣ ਉਹ ਨੇ ਜਿਹੜੇ ਚਲਦਿਆਂ ਦੇ ਨਾਲ ਚੱਲਣ, ਤੇ ਨਾਲ ਚੱਲਣ ਦਾ ਭਾਵ ਇਹ ਹੈ ਜਿਹੜੇ ਪਰਲੋਕ ਵਿੱਚ ਵੀ ਸਾਥ ਦੇਣ। ਪਰਲੋਕ ਵਿੱਚ ਕਿਹੜੇ ਸੱਜਣ ਨਿਭਦੇ ਐ? ਸੰਤ ਮਹਾਂਪੁਰਖ, ਬੰਦਗੀ ਵਾਲੇ, ਉਹ ਜਾ ਕੇ ਤੁਹਾਡੀ ਬਾਹ ਫੜਦੇ, ਸਤਿਗੁਰੂ ਦਾ ਨਾਮ ਸਹਾਈ ਹੁੰਦਾ ਹੈ। ਹੋਰ ਪਰਲੋਕ ਵਿੱਚ ਕੋਈ ਜੇ ਕਹੀਏ ਨਾ ਫਲਾਣਾ ਰਿਸ਼ਤੇਦਾਰ ਕੋਈ ਬਾਹ ਫੜੇਗਾ, ਨਹੀਂ ਭਾਈ, ਕੋਈ ਮਾਇਆ ਧਨ ਚਲਿਆ ਜਾਵੇਗਾ, ਨਹੀਂ। ਪਰਮਾਤਮਾ ਦੀ ਬੰਦਗੀ ਜਿਨ੍ਹਾਂ ਨੇ ਕੀਤੀ ਹੈ ਉਹ ਨਾਲ ਜਾਂਦੇ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਆਪ ਵੀ ਛੁੱਟ ਜਾਂਦੇ ਐ ਔਰ ਕਈਆਂ ਨੂੰ ਇਥੋਂ ਹੋਰ ਵੀ ਛੁਡਾ ਕੇ ਲੈ ਜਾਂਦੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਹੁੰਦੇ ਹਨ। ਇਸ ਕਰਕੇ ਉਹ ਸੱਜਣ ਹਨ ਅਸਲੀ। ਮਹਾਰਾਜ ਕਹਿੰਦੇ ਸੱਜਣਾ ਕੱਲਾ ਨਾਮ ਸੱਜਣ ਰੱਖਣ ਨਾਲ ਥੋੜਾ ਸੱਜਣ ਬਣ ਜਾਈਦਾ। ਜਿੱਥੇ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸੱਜਣ ਹੋਵੇ ਜਿੱਥੇ ਲੇਖਾ ਕੋਈ ਮੰਗੇ ਉੱਥੇ ਨਾਲ ਖੜੇ ਹੋਣ। ਪਰਲੋਕ ਵਿੱਚ ਵੀ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤ ਵੀ ਆਹ। ਰਹਾਉ ਦਾ ਵਿਸ਼ਰਾਮ ਹੈ। ਮਹਾਰਾਜ ਕਹਿੰਦੇ ਕੋਠੇ ਮੰਡਪ, ਪੁਰਾਣੇ ਸਮੇਂ ਵਿੱਚ ਬੀਬੀਆਂ ਕੱਚੇ ਘਰ ਬਣਾਇਆ ਕਰਦੀਆਂ ਸਨ। ਉਹ ਬਾਹਰੋਂ ਉਹਨਾਂ ਤੇ ਚਿੱਤਰਕਾਰੀ ਕਰ ਲੈਣੀ। ਮਹਾਰਾਜ ਕਹਿੰਦੇ ਬੜੀਆਂ ਸੋਹਣੀਆਂ ਚਮਕਦੀਆਂ ਚਿੱਤਰਕਾਰੀਆਂ ਹਨ, ਬਹੁਤ ਸੋਹਣੇ ਰੂਪ ਦਿੱਤੇ ਹੋਏ ਐ। ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ। ਯਾਦ ਰੱਖੋ ਜਦੋਂ ਵਿੱਚੋਂ ਤਾਂ ਸਖਣੀਆਂ ਨੇ, ਨਾਮ ਬਾਣੀ ਵਾਲਾ ਕੋਈ ਉੱਥੇ ਹੈ ਹੀ ਨਹੀਂ,
ਤੇ ਢੱਠੀਆਂ ਹੋਈਆਂ ਵੀ ਫਿਰ ਉਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬੱਗੇ ਕੱਪੜੇ ਭਾਵ ਜਿਵੇਂ ਬਗਲਾ ਦਰਿਆ ਦੇ ਕੰਢੇ ਤੇ ਚਿੱਟੇ ਖੰਭਾ ਰੂਪੇ ਕੱਪੜੇ ਪਾ ਕੇ ਬੈਠ ਜਾਵੇ ਔਰ ਕਵੇ ਜੀ ਮੈਂ ਹੰਸ ਬਣ ਗਿਆ ਹਾਂ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ। ਘੁੱਟ ਘੁੱਟ ਕੇ ਮੱਛੀਆਂ ਨੂੰ ਡੱਡੀਆਂ ਨੂੰ ਖਾਂਦਾ ਹੈ, ਫਿਰ ਉਹ ਹੰਸ ਥੋੜਾ ਬਣ ਗਿਆ, ਰਿਹਾ ਤਾਂ ਬਗਲਾ ਹੀ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ। ਇਸ ਤਰੀਕੇ ਦੇ ਨਾਲ ਸਿੰਬਲ ਦੇ ਰੁੱਖ ਨੂੰ ਬੜਾ ਮਾਣ ਵੀ ਮੈਂ ਬੜਾ ਉੱਚਾ ਹਾਂ, ਔਰ ਇਸੇ ਨੂੰ ਉੱਚੇ ਨੂੰ ਵੇਖ ਕੇ ਉਹਦੇ ਫਲ ਵੇਖ ਕੇ ਤੋਤਾ ਜਿਹੜਾ ਭੁੱਲ ਜਾਂਦਾ ਹੈ। ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਤੋਤਾ ਜਾ ਕੇ ਚੁੰਝ ਮਾਰਦਾ ਵੀ ਫਲ ਮਿੱਠੇ ਹੋਣਗੇ, ਉਹਦੀ ਚੁੰਝ ਵਿੱਚ ਫਸ ਜਾਂਦੀ, ਅਖੀਰ ਮੌਤ ਦੀ ਘਾਟ ਉਤਰ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਨੂੰ ਵੱਡਾ ਕਰਕੇ ਮਾਣ ਕਰਨਾ ਮੈਂ ਬਹੁਤ ਲੰਮਾ ਉੱਚਾ ਜਵਾਨ ਹਾਂ, ਪਰ ਮਹਾਰਾਜ ਕਹਿੰਦੇ ਸ਼ੁਭ ਕਰਮ ਕੋਈ ਵੀ ਨਹੀਂ, ਕਿਸੇ ਕੰਮ ਵੀ ਨਹੀਂ ਆਉਂਦਾ ਹੈ। ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਜਿਵੇਂ ਕਿਸੇ ਅੰਨੇ ਨੇ ਭਾਰ ਚੁੱਕਿਆ ਹੋਵੇ ਤੇ ਰਸਤਾ ਬਹੁਤ ਪਹਾੜ ਦਾ ਹੈ, ਕਠਿਨ ਰਸਤਾ ਹੈ। ਅੱਖੀ ਲੋੜੀ ਨਾਲ ਹਉ ਚੜ ਲੰਗਾ ਕਿਤ। ਅੱਖਾਂ ਨਾਲ ਵੇਖਣਾ ਚਾਹੁੰਦਾ ਪਰ ਦਿਸਦਾ ਕੁਝ ਨਹੀਂ, ਕਿਸ ਮਾਰਗ ਤੇ ਫਿਰ ਕਿਸ ਤਰੀਕੇ ਨਾਲ ਉਹ ਪਹਾੜ ਦਾ ਰਸਤਾ ਤੈਅ ਕਰੇਗਾ ਉਹ ਅੰਨਾ ਪੁਰਸ਼। ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਚਾਕਰੀ ਕਰਨੀ ਕਿਸੇ ਦੀ, ਦੇਵੀ ਦੇਵਤਿਆਂ ਨੂੰ ਧਿਆਉਣਾ, ਚੰਗਿਆਈਆਂ ਭਾਵ ਚਤੁਰਾਈ ਰੱਖ ਕੇ ਆਪਣੇ ਆਪ ਨੂੰ ਚੰਗਾ ਕਹਿਣਾ, ਹੋਰ ਆਪਣੀਆਂ ਮਨ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਹਨ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟਹਿ ਜਿਤ। ਮਹਾਰਾਜ ਕਹਿੰਦੇ ਉਸ ਰੱਬ ਦੇ ਸਤਿਗੁਰੂ ਦੇ ਸੱਚੇ ਨਾਮ ਨੂੰ ਸੰਭਾਲਿਆ ਕਰ, ਜਿਹਨੂੰ ਜਪਣ ਦੇ ਨਾਲ ਤੂੰ ਬੱਧਾ ਹੋਇਆ ਛੁੱਟ ਸਕਦਾ ਜਮਾਂ ਦੇ ਰਸਤੇ ਤੋਂ ਔਰ ਸੰਸਾਰਿਕ ਬੰਧਨਾਂ ਤੋਂ। ਇਸ ਲਈ ਭਾਈ ਨਾਮ ਜਪੋ, ਬਾਣੀ ਨਾਲ ਜੁੜੋ। ਮਹਾਰਾਜ ਨੇ ਇਹ ਮਹਾਨ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਦਇਆ ਕਰਦੇ ਹਨ। ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਿਓ, ਮਹਾਰਾਜ ਸੁਮਤ ਬਖਸ਼ਣ। ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਮਹਾਂਪੁਰਖਾਂ ਦਾ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਹੋਈਆਂ ਸਮੂਹ ਭੁੱਲਾਂ ਦੀ ਖਿਮਾ। ਸਮਾਪਤੀ ਦੀਆਂ ਪੰਕਤੀਆਂ ਪੜੋ, ਗੁਰ ਫਤਿਹ ਵਿੱਚ ਸਾਂਝ ਪਾਈਏ ਜੀ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟਹਿ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।